हेलो एवरीवन, वेलकम टू केमिस्ट्री है। ਅੱਜ ਬੇਟੇ ਆਪਾਂ ਕਲਾਸ 11 ਦਾ ਚੈਪਟਰ ਇਕੁਇਲਿਬ੍ਰੀਅਮ ਦੇ ਵਿੱਚੋਂ ਦੀ ਬਹੁਤ ਹੀ ਇੰਪੋਰਟੈਂਟ ਟਾਪਿਕ ਕਰਨਾ ਹੈ। ਦੈਟ ਟਾਪਿਕ ਇਜ਼ ਲੀ ਚੈਟਲੀਅਰਸ ਪ੍ਰਿੰਸੀਪਲ। ਸੋ ਇਹਦੇ ਤੇ ਆਧਾਰਿਤ ਕੁਐਸਚਨਸ ਜਿਹੜੇ ਹੈ ਉਹ ਐਗਜ਼ਾਮੀਨੇਸ਼ਨ 'ਚ ਕਿਸ ਤਰ੍ਹਾਂ ਪੁੱਛੇ ਜਾਣਗੇ ਉਹ ਵੀ ਆਪਾਂ ਐਟ ਦੀ ਐਂਡ ਡਿਸਕਸ ਕਰਾਂਗੇ। ਸੋ ਲੀ ਚੈਟਲੀਅਰ ਪ੍ਰਿੰਸੀਪਲ ਹੁੰਦਾ ਕੀ ਹੈ ਬੇਟਾ? ਰਿਵਰਸੀਬਲ ਰਿਐਕਸ਼ਨਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਿਹੜੇ ਰਿਐਕਟੈਂਟਸ ਹੈ ਉਹ ਆਪਸ 'ਚ ਰਿਐਕਟ ਕਰਕੇ ਪ੍ਰੋਡਕਟ ਬਣਾਉਂਦੇ ਹੈ, ਠੀਕ ਹੈ। ਔਰ ਕੁਝ ਸਮੇਂ ਬਾਅਦ ਜਿਹੜੇ ਪ੍ਰੋਡਕਟਸ ਜਿੱਦਾਂ ਇੱਥੇ ਸੀ ਤੇ ਡੀ ਲਿਖੇ ਹੈ ਦੇ ਸਟਾਰਟ ਰਿਐਕਟਿੰਗ ਅਮੰਗ ਦੈਮਸੈਲਵਸ, ਆਪਸ 'ਚ ਰਿਐਕਟ ਕਰਕੇ ਇਹ ਬੈਕ ਰਿਐਕਟੈਂਟ ਯਾਨੀ ਕਿ ਏ ਤੇ ਬੀ ਬਣਾਉਣੇ ਸ਼ੁਰੂ ਕਰ ਦਿੰਦੇ ਹੈ। ਔਰ ਜਦੋਂ ਇਹਨਾਂ ਦੋਨੋਂ opposite processes ਦੀ ਯਾਨੀ ਫਾਰਵਰਡ ਔਰ ਬੈਕਵਰਡ ਰਿਐਕਸ਼ਨਸ ਦੀ ਰੇਟ ਬਰਾਬਰ ਹੋ ਜਾਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਉਸ ਸਟੇਟ ਨੂੰ ਕਹਿੰਦੇ ਹਾਂ ਕਿ ਇਕੁਇਲਿਬ੍ਰੀਅਮ ਇਜ਼ ਅਚੀਵਡ। ਨਾਓ ਵੀ ਕੈਨ ਡਿਸਟਰਬ ਦਿਸ ਇਕੁਇਲਿਬ੍ਰੀਅਮ, ਠੀਕ ਹੈ। ਅਸੀਂ ਇਕੁਇਲਿਬ੍ਰੀਅਮ ਨੂੰ ਡਿਸਟਰਬ ਕਰ ਸਕਦੇ ਹਾਂ। ਫਸਟ ਥਿੰਗ ਇਜ਼ ਵਾਈ ਵੀ ਕੈਨ ਡਿਸਟਰਬ, ਵਾਈ ਵੀ ਨੀਡ ਟੂ ਡਿਸਟਰਬ। ਸਾਨੂੰ ਕੀ ਲੋੜ ਪਈ ਹੈ ਅਸੀਂ ਇਕੁਇਲਿਬ੍ਰੀਅਮ ਨੂੰ ਡਿਸਟਰਬ ਕਰੀਏ? ਬੇਟਾ ਜੇ ਮੰਨ ਲਓ ਮੈਂ ਕੋਈ ਐਸੀ ਇੰਡਸਟਰੀ ਲਗਾਈ ਹੈ ਜਿੰਦੇ 'ਚ ਮੈਂ ਸੀ ਔਰ ਡੀ ਦੀ ਮੈਨੂਫੈਕਚਰਿੰਗ ਕਰਨਾ ਚਾਹੁੰਦੀ ਹਾਂ ਤੇ ਜੇ ਸੀ ਔਰ ਡੀ ਬੈਕ ਰਿਐਕਟ ਕਰਕੇ ਏ ਔਰ ਬੀ ਦੇ ਰਹੇ ਹੈ ਤਾਂ ਮੈਨੂੰ ਤਾਂ ਕੋਈ ਫਾਇਦਾ ਹੀ ਨਾ ਹੋਇਆ। ਆਈ ਨੀਡ ਟੂ ਮੈਨੂਫੈਕਚਰ ਦੀ ਸੀ ਐਂਡ ਡੀ ਪ੍ਰੋਡਕਟਸ। ਸੋ ਬੇਟਾ ਜੀ ਕਿਹੜੇ ਕਿਹੜੇ ਫੈਕਟਰਸ ਹੈ ਕਿ ਮੈਂ ਇਹ ਇਕੁਇਲਿਬ੍ਰੀਅਮ ਅਚੀਵ ਹੀ ਨਾ ਹੋਣ ਦੇਵਾਂ? ਜੇ ਇਕੁਇਲਿਬ੍ਰੀਅਮ ਅਚੀਵ ਹੋ ਵੀ ਜਾਂਦਾ ਹੈ ਤਾਂ ਮੈਂ ਆਪਣੀ ਰਿਐਕਸ਼ਨ ਫਾਰਵਰਡ ਡਾਇਰੈਕਸ਼ਨ 'ਚ ਲੈ ਕੇ ਜਾ ਸਕਾਂ, ਮੈਂ ਕਿਵੇਂ ਇਨਸ਼ੋਰ ਕਰੂੰਗੀ? ਸੋ ਅਸੀਂ ਬੇਟਾ ਉਹ ਸਾਰੇ ਫੈਕਟਰਸ ਪੜ੍ਹਦੇ ਹਾਂ ਜਿਨ੍ਹਾਂ ਨਾਲ ਅਸੀਂ ਇਕੁਇਲਿਬ੍ਰੀਅਮ ਨੂੰ ਡਿਸਟਰਬ ਕਰਦੇ ਹਾਂ ਤਾਂ ਫਿਰ ਇਕੁਇਲਿਬ੍ਰੀਅਮ ਕਿਵੇਂ ਬਿਹੇਵ ਕਰੇਗਾ। ਦਿਸ ਇਜ਼ ਵਾਟ ਲੀ ਚੈਟਲੀਅਰ ਪ੍ਰਿੰਸੀਪਲ ਇਜ਼ ਅਬਾਊਟ। ਸੋ ਆਪਾਂ ਰੂਟੀਨ ਲਾਈਫ 'ਚ ਦੇਖਦੇ ਹਾਂ ਬੇਟਾ ਕਿ ਜੇ ਸਾਡੀ ਲਾਈਫ ਦੇ ਵਿੱਚ ਪੜ੍ਹਾਈ ਔਰ ਸਪੋਰਟਸ ਦੇ ਵਿਚਕਾਰ ਬੈਲੈਂਸ ਹੈ ਤਾਂ ਅਸੀਂ ਖੁਸ਼ ਰਹਿੰਦੇ ਹਾਂ। ਪਰ ਜੇ ਇੱਕ ਚੀਜ਼ ਜ਼ਿਆਦਾ ਹੋ ਜਾਏ, ਜੇ ਅਸੀਂ ਜ਼ਿਆਦਾ ਸਪੋਜ਼ ਪੜ੍ਹਾਈ ਕਰਨ ਲੱਗ ਗਏ ਤਾਂ ਅਸੀਂ ਸਟ੍ਰੈਸ ਆਊਟ ਹੋ ਜਾਂਦੇ ਹਾਂ, ਅਸੀਂ ਡਿਸਟਰਬ ਹੋ ਜਾਂਦੇ ਹਾਂ। ਫਿਰ ਅਸੀਂ ਕੀ ਕਰਦੇ ਹਾਂ? ਖੇਲ ਵੱਲ ਚਲੇ ਜਾਂਦੇ ਹਾਂ। ਜਦੋਂ ਜੇ ਧਿਆਨ ਬਹੁਤ ਜ਼ਿਆਦਾ ਖੇਲ ਵੱਲ ਹੋ ਜਾਂਦਾ ਹੈ ਬੇਟਾ ਤਾਂ ਸਾਡੀ ਪੜ੍ਹਾਈ ਸਫਰ ਕਰਦੀ ਹੈ। ਮਤਲਬ ਜਦੋਂ ਅਸੀਂ ਆਪਣੀ ਲਾਈਫ ਦੇ ਵਿੱਚ ਇਕੁਇਲਿਬ੍ਰੀਅਮ ਨਹੀਂ ਐਸਟੈਬਲਿਸ਼ ਕਰ ਪਾਉਂਦੇ ਐਜ਼ ਅ ਸਟੂਡੈਂਟ ਬਿਟਵੀਨ ਸਟੱਡੀਜ਼ ਐਂਡ ਸਪੋਰਟਸ ਤਾਂ ਬੇਟੇ ਅਸੀਂ ਡਿਸਟਰਬ ਹੋ ਜਾਂਦੇ ਹਾਂ, ਅਸੀਂ ਸਟ੍ਰੈਸ ਹੋ ਜਾਂਦੇ ਹਾਂ, ਠੀਕ ਹੈ। ਤੇ ਜੇ ਇਸੇ ਤਰੀਕੇ ਨਾਲ ਇਕੁਇਲਿਬ੍ਰੀਅਮ ਨੂੰ ਅਸੀਂ ਰਿਵਰਸੀਬਲ ਰਿਐਕਸ਼ਨ 'ਚ ਜੇ ਉਹਨੂੰ ਡਿਸਟਰਬ ਕਰਦੇ ਹਾਂ, ਠੀਕ ਹੈ, ਤਾਂ ਅਸੀਂ ਦੇਖਦੇ ਹਾਂ ਕਿ ਇਕੁਇਲਿਬ੍ਰੀਅਮ ਆਪਣੇ ਆਪ ਨੂੰ ਇੱਕ ਦਿਸ਼ਾ ਵੱਲ ਲੈ ਜਾਂਦਾ ਹੈ। ਜੇ ਆਪਾਂ ਸਪੋਜ਼ ਇਸ ਰਿਐਕਸ਼ਨ ਦੇ ਵਿੱਚ ਦਿਸ ਇਜ਼ ਅ ਰਿਵਰਸੀਬਲ ਰਿਐਕਸ਼ਨ, ਜੇ ਅਸੀਂ ਕਿਸੇ ਤਰ੍ਹਾਂ ਦੀ ਇਹਨੂੰ ਡਿਸਟਰਬੈਂਸ ਕਰਤੀ, ਠੀਕ ਹੈ। ਡਿਸਟਰਬੈਂਸ ਕਿਵੇਂ ਕਰ ਸਕਦੇ ਹਾਂ? ਮੰਨ ਲਓ A ਮੈਂ ਰਿਐਕਸ਼ਨ ਮਿਕਸਚਰ 'ਚ ਹੋਰ ਪਾ ਦਿੱਤਾ ਜਾਂ B ਪਾ ਦਿੱਤਾ ਜਾਂ C ਔਰ D ਜਿਹੜੇ ਹੈ ਇਹਨਾਂ ਨੂੰ ਰਿਮੂਵ ਕਰ ਦਿੱਤਾ। ਕਹਿਣ ਦਾ ਮਤਲਬ ਇਹ ਹੈ ਚੇਂਜ ਇਨ ਕੰਸਨਟ੍ਰੇਸ਼ਨ ਆਫ ਰਿਐਕਟੈਂਟ ਐਂਡ ਪ੍ਰੋਡਕਟ। ਇਸ ਤਰੀਕੇ ਨਾਲ ਅਸੀਂ ਇਕੁਇਲਿਬ੍ਰੀਅਮ ਨੂੰ ਡਿਸਟਰਬ ਕਰ ਦਾਂਗੇ, ਇਕੁਇਲਿਬ੍ਰੀਅਮ ਵੈਨਿਸ਼ ਹੋ ਜਾਏਗਾ ਤੇ ਰਿਐਕਸ਼ਨ ਜਿਹੜੀ ਹੈ ਜਾਂ ਫਾਰਵਰਡ ਡਾਇਰੈਕਸ਼ਨ 'ਚ ਹੋਏਗੀ ਜਾਂ ਇਟ ਵਿਲ ਮੂਵ ਇਨ ਬੈਕਵਰਡ ਡਾਇਰੈਕਸ਼ਨ। ਸੋ ਲੀ ਚੈਟਲੀਅਰ ਪ੍ਰਿੰਸੀਪਲ ਦੇ ਅਕੋਰਡਿੰਗਲੀ ਬੇਟਾ ਕਿ ਜਦੋਂ ਕੋਈ ਵੀ ਅਸੀਂ ਇਕੁਇਲਿਬ੍ਰੀਅਮ ਦੇ ਵਿੱਚ ਚੇਂਜ ਲੈ ਕੇ ਆਉਂਦੇ, ਡਿਸਟਰਬੈਂਸ ਕਾਜ਼ ਕਰਦੇ ਹਾਂ, ਚਾਹੇ ਤਾਂ ਚੇਂਜ ਇਨ ਕਨਸੈਂਟਰੇਸ਼ਨ ਕਰ ਦਿਓ, ਚਾਹੇ ਪ੍ਰੈਸ਼ਰ ਟੈਂਪਰੇਚਰ ਦੇ ਵਿੱਚੋਂ ਦੀ ਕੋਈ ਚੀਜ਼ ਬਦਲ ਦਿਓ, ਠੀਕ ਹੈ, ਤਾਂ ਇਕੁਇਲਿਬ੍ਰੀਅਮ ਕਿਵੇਂ ਬਿਹੇਵ ਕਰੇਗਾ? ਜੇ ਅਸੀਂ ਕਿਸੇ ਸਿਸਟਮ ਜਿਹੜਾ ਕਿ ਇਕੁਇਲਿਬ੍ਰੀਅਮ 'ਚ ਹੈ ਉਹਨੂੰ ਅਸੀਂ ਸਬਜੈਕਟ ਕਰਦੇ ਹਾਂ ਕਿਸੇ ਚੇਂਜ ਨੂੰ ਬਾਈ ਚੇਂਜਿੰਗ ਕੰਸੈਂਟਰੇਸ਼ਨ, ਟੈਂਪਰੇਚਰ ਐਂਡ ਪ੍ਰੈਸ਼ਰ, ਦੈਨ ਉਸ ਟਾਈਮ ਤੇ ਇਕੁਇਲਿਬ੍ਰੀਅਮ ਆਪਣੇ ਆਪ ਨੂੰ ਇੱਕ ਦਿਸ਼ਾ 'ਚ ਸ਼ਿਫਟ ਕਰ ਲੈਂਦਾ ਹੈ, ਸ਼ਿਫਟਸ ਇਨ ਅ ਡਾਇਰੈਕਸ਼ਨ। ਕਿਸ ਦਿਸ਼ਾ 'ਚ ਸ਼ਿਫਟ ਕਰੇਗਾ? ਜਿਸ ਦਿਸ਼ਾ ਦੇ ਵਿੱਚ ਸਾਡੇ ਦੁਆਰਾ ਕੀਤੀ ਚੇਂਜ ਦਾ ਇਫੈਕਟ ਅਨਡੂ ਹੋਏਗਾ, ਜਿਸ ਦਿਸ਼ਾ 'ਚ ਸਾਡੇ ਦੁਆਰਾ ਕੀਤੀ ਹੋਈ ਚੇਂਜ ਖਤਮ ਹੋ ਰਹੀ ਹੋਏਗੀ। ਸੋ ਸਭ ਤੋਂ ਪਹਿਲਾਂ ਬੇਟਾ ਆਪਾਂ ਇਹਦੀ ਸਟੇਟਮੈਂਟ ਲਰਨ ਕਰਨੀ ਹੈ। ਸੋ ਸਟੇਟਮੈਂਟ ਦੇ ਵਿੱਚ ਦੁਬਾਰਾ ਬੋਲ ਰਹੀ ਹਾਂ, ਤੁਸੀਂ ਇਹਨੂੰ ਬਾਰ-ਬਾਰ ਲਰਨ ਕਰਨਾ ਹੈ। ਇਫ ਅ ਸਿਸਟਮ ਇਨ ਇਕੁਇਲਿਬ੍ਰੀਅਮ ਇਜ਼ ਸਬਜੈਕਟਡ ਟੂ ਚੇਂਜ ਇਨ ਕੰਸੈਂਟਰੇਸ਼ਨ, ਟੈਂਪਰੇਚਰ ਐਂਡ ਪ੍ਰੈਸ਼ਰ, then equilibrium shifts in a direction that tends to undo the effect of change imposed. ਸੋ ਇਹਦੇ ਵਿੱਚ ਆਪਾਂ ਸਭ ਤੋਂ
पहला केस जिहड़ा स्टडी करना है दैट इज चेंज इन कंसनट्रेशन ऑफ रिएक्टेंट एंड प्रोडक्ट। जे बेटे असी रिएक्टेंट ऐड कर दिंने हैं, इफ वी ਐਡ ਦ ਰਿਐਕਟੈਂਟ मतलब ਅਸੀਂ ਰਿਐਕਟੈਂਟ ਦੀ ਕੰਸੈਂਟ੍ਰੇਸ਼ਨ ਨੂੰ ਵਧਾ ਦਿੰਨੇ हैं, ਤਾਂ ਬੇਟੇ ਰਿਐਕਟੈਂਟ ਕਿੱਧਰ ਖਤਮ ਹੋ ਰਹੇ हैं, ਫਾਰਵਰਡ ਡਾਇਰੈਕਸ਼ਨ 'ਚ ਹੋ ਰਹੇ हैं ਨਾ, ਤਾਂ ਇਕੁਲਿਬਰੀਅਮ ਆਪਣੇ ਆਪ ਨੂੰ ਫਾਰਵਰਡ ਡਾਇਰੈਕਸ਼ਨ 'ਚ ਸ਼ਿਫਟ ਕਰ ਲੇਗਾ। ਤੇ ਜੇ ਮੰਨ ਲਓ ਅਸੀਂ ਪ੍ਰੋਡਕਟ ਐਡ ਕਰਤੇ, ਹੁਣ ਇਸ ਇਕੁਏਸ਼ਨ ਦੇ ਵਿੱਚ ਬੇਟਾ ਜੇ C ਔਰ D ਮੈਂ ਬਾਹਰੋਂ ਦੀ ਹੋਰ ਲਿਆ ਕੇ ਐਡ ਕਰ ਦਵਾਂ, ਦੈਨ ਇਕੁਲਿਬਰੀਅਮ ਜਿਹੜਾ ਹੈ ਉਹ ਡਿਸਟਰਬ ਹੋ ਜਾਏਗਾ। ਤਾਂ ਇਕੁਲਿਬਰੀਅਮ ਕਿੱਧਰ ਸ਼ਿਫਟ ਕਰੇਗਾ, ਜਿੱਧਰ ਮੇਰੇ ਦੁਆਰਾ ਲਿਆਂਦੀ ਹੋਈ ਚੇਂਜ ਖਤਮ ਹੋ ਰਹੀ ਹੈ। C ਔਰ D ਕਿੱਧਰ ਖਤਮ ਹੋ ਰਹੇ ਆ, ਬੈਕਵਰਡ ਡਾਇਰੈਕਸ਼ਨ 'ਚ। ਸੋ ਇਕੁਲਿਬਰੀਅਮ ਆਪਣੇ ਆਪ ਨੂੰ ਬੈਕਵਰਡ ਦਿਸ਼ਾ ਦੇ ਵਿੱਚ ਸ਼ਿਫਟ ਕਰ ਲਏਗਾ। ਅਤੇ ਹੁਣ ਮੈਂ ਜਿਹੜੀ ਚੇਂਜ ਹੈ ਉਹ ਕੁਝ ਇਸ ਤਰੀਕੇ ਲੈ ਕੇ ਆਵਾਂ ਕਿ ਰਿਐਕਟੈਂਟ ਦੀ ਕੰਸੈਂਟ੍ਰੇਸ਼ਨ ਮੈਂ ਘਟਾ ਰਹੀ ਹਾਂ। ਮੈਂ ਰਿਐਕਸ਼ਨ ਮਿਕਸਚਰ ਦੇ ਵਿੱਚ ਰਿਐਕਟੈਂਟ ਜਿਹੜੇ ਹੈ ਉਹ ਕੱਢ ਲਏ, A ਔਰ B ਦੀ ਕੰਸੈਂਟ੍ਰੇਸ਼ਨ ਘਟ ਗਈ, ਤਾਂ ਕੀ ਹੋਏਗਾ, ਪ੍ਰੋਡਕਟ ਜਿਹੜੇ ਹੈ मतलब इक्विलिब्रियम में डिस्टर्ब करता, रिएक्शन एक पासे जानी है, रिएक्शन बैकवर्ड दिशा च जाएगी क्योंकि मैं रिएक्टेंट घटाए तो हुण इक्विलिब्रियम कहेगा मैं तो ये रिएक्टेंट वधाऊंगा। रिएक्टेंट किधर वधणगे, जो रिएक्शन बैकवर्ड हो रही है। तो जे बाय चांस प्रोडक्ट डिक्रीज करते, मैं प्रोडक्ट किवें डिक्रीज कर देंगे, इफ वी रिमूव C एंड D, ठीक है, देन व्हाट विल हैपन, इक्विलिब्रियम फिर डिस्टर्ब हो गया, इक्विलिब्रियम है नहीं, हुण खत्म है। तो रिएक्शन या फॉरवर्ड च जाएगी या बैकवर्ड, किधर जाएगी, जिधर C और D बन रहे हैं। सो C और D फॉरवर्ड च बन रहे हैं, सो रिएक्शन शिफ्ट्स इन फॉरवर्ड डायरेक्शन। हुण एक एग्जाम्पल लैंदे हैं, मान लो असी HI बनाने की फैक्ट्री लगाई है, ठीक है, तो असी हाइड्रोजन और आयोडीन गैसेस रिएक्ट करा के HI बना रहे हैं। सो मैनू की करना चाहिए कि मैक्सिमम HI बनया रहे तो इक्विलिब्रियम एस्टैबलिश ही ना हो। सो मैनू उनके लिए हाइड्रोजन और आयोडीन इन्हां दी कंसनट्रेशन लगातार वधाई रखनी चाहिए। आई शुड कीप ऑन एडिंग हाइड्रोजन एंड आयोडीन सो दैट रिएक्शन मूव्स ओनली इन फॉरवर्ड डायरेक्शन एंड HI इज फॉर्म्ड कंटिन्यूअसली। और जे बाय चांस बेटे मान लो हाइड्रोजन की कंसनट्रेशन घट गई या आयोडीन की घट गई, तो उनका की मतलब होएगा, उनका मतलब ये होएगा कि इक्विलिब्रियम जिहड़ा बैकवर्ड शिफ्ट हो जाएगा, HI खत्म होना शुरू हो जाएगा। सो फर्स्ट चेंज इन कंसनट्रेशन इज आई होप क्लीयर टू यू। इनू आपां एनीमेटेड वे च देखते हैं बेटा जी। इत्थे तुसीं देखो A और B की कंसनट्रेशन वधा दित्ती गई, तो इक्विलिब्रियम बेचारा डिस्टर्ब हो गया, सेंटर तो इस पॉइंट ते आ गया। हुण इक्विलिब्रियम की करेगा, इन्हें एक सोल्यूशन, यस इन्हें रिएक्शन फॉरवर्ड दिशा च करती, C और D बन गए, इक्विलिब्रियम अचीव हो गया। नैक्सट केस च देखो तुसी, इत्थे असी प्रोडक्ट ज्यादा ऐड करते, इक्विलिब्रियम फिर इस दिशा दे विच डिस्टर्ब हो गया ना। हुण इक्विलिब्रियम की करेगा, इट विल मूव टूवर्ड्स बैकवर्ड डायरेक्शन वेयर रिएक्टेंट्स आर बीइंग फॉर्म्ड। सो रिएक्शन इस दिशा दे विच हो जाएगी, A और B बनने शुरू हो जाएंगे। नैक्सट इत्थे जिहड़ी चीज स्टडी करनी है दैट इज इफेक्ट ऑफ चेंज ऑफ टैंपरेचर। बेटा देखो, जे कोई भी रिएक्शन अपने को ले A plus B gives rise to C plus D and heat is released in forward direction, इहदे च इक्विलिब्रियम अचीव हो गया। मान लो इस पूरे सिस्टम नू असी हीट अप कर दिंने, इस पूरे सिस्टम नू असी हीट अप करना शुरू करता, फ्लेम दे विच एक्सपोज करता इनू, तां की होएगा, असी इनू हीट अप कर रहे हैं, इक्विलिब्रियम की कहेगा कि मैं तो अपनी रिएक्शन उधर शिफ्ट कर लूंगा जिधर हीट एब्जॉर्ब हो रही है, ठीक है, असी गर्म कर रहे हैं जिधर सिस्टम ठंडा हो रहा है। सो सिस्टम किधर ठंडा हो रहा है, बैकवर्ड वाल ठंडा हो रहा है ना। अगर असी किसी सिस्टम नू गर्म करते हैं तो एंडोथर्मिक रिएक्शन वाली दिशा वाल इक्विलिब्रियम शिफ्ट हो जाएगा। सो इत्थे एंडोथर्मिक केड़ी है, बैकवर्ड, ठीक है। अगर असी इस पूरे सिस्टम नू कूल कर दिने, इफ वी कूल दिस सिस्टम, देन असी ठंडा कर रहे हैं, इक्विलिब्रियम कहेगा मैं तो उधर शिफ्ट करूंगा जिधर हीट प्रोड्यूस हो रही है। दैट मीन्स अगर कूल करते हैं तो एक्सोथर्मिक वाली दिशा दे विच इक्विलिब्रियम अपने आप नू शिफ्ट कर लेगा। सो लेट अस नाउ रिवाइज वंस अगेन कि जिस तरह हुण आह एक एंडोथर्मिक इक्विलिब्रियम की गल कर रहे हैं जिंदे च फॉरवर्ड दिशा दे विच हीट इज एब्जॉर्ब्ड,
ਜੇ ਅਸੀਂ ਇਹਨੂੰ ਟੈਂਪਰੇਚਰ ਨੂੰ ਵਧਾਵਾਂਗੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਹੈ ਕਿ ਟੈਂਪਰੇਚਰ ਵਧਾਉਣ ਦੇ ਨਾਲ ਐਂਡੋਥਰਮਿਕ ਰਿਐਕਸ਼ਨ ਫੇਵਰ ਹੁੰਦੀ ਹੈ, ਤਾਂ ਇਕੁਇਲਿਬ੍ਰੀਅਮ ਜਿਹੜਾ ਹੈ ਫਾਰਵਰਡ ਦਿਸ਼ਾ ਵਿੱਚ ਹੋ ਜਾਏਗਾ। ਤੇ ਜੇ ਅਸੀਂ ਟੈਂਪਰੇਚਰ ਘਟਾਵਾਂਗੇ, ਟੈਂਪਰੇਚਰ ਜਦੋਂ ਵੀ ਅਸੀਂ ਘਟਾਉਂਦੇ ਆ, ਠੰਡਾ ਕਰਦੇ ਆ, ਤਾਂ ਐਕਸੋਥਰਮਿਕ ਰਿਐਕਸ਼ਨ ਇਜ਼ ਫੇਵਰਡ। ਸੋ ਐਕਸੋਥਰਮਿਕ ਇਹਨਾਂ ਦੋਨਾਂ ਦੇ ਵਿੱਚੋਂ ਫਾਰਵਰਡ ਹੈ ਜਾਂ ਬੈਕਵਰਡ ਹੈ? ਕਿਹੜੀ ਐਕਸੋਥਰਮਿਕ ਹੈ? ਫਾਰਵਰਡ ਤਾਂ ਐਂਡੋਥਰਮਿਕ ਹੈ, ਸੋ ਬੈਕਵਰਡ ਇਜ਼ ਐਕਸੋਥਰਮਿਕ। ਜਦੋਂ ਟੈਂਪਰੇਚਰ ਘਟਾਵਾਂਗੇ ਤਾਂ ਐਕਸੋਥਰਮਿਕ ਵਿਲ ਬੀ ਫੇਵਰਡ। ਇਹ ਚੀਜ਼ ਯਾਦ ਰੱਖਣੀ ਹੈ। ਹੁਣ ਮੰਨ ਲਓ ਅਸੀਂ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਦੇਖਦੇ ਹਾਂ ਜਿੱਥੇ ਸਾਡੀ ਫਾਰਵਰਡ ਰਿਐਕਸ਼ਨ ਇਜ਼ ਐਕਸੋਥਰਮਿਕ, ਡੈਲਟਾ H ਨੈਗੇਟਿਵ ਹੈ, ਫਾਰਵਰਡ ਦਿਸ਼ਾ ਦੇ ਵਿੱਚ ਹੀਟ ਪ੍ਰੋਡਿਊਸ ਹੋ ਰਹੀ ਹੈ। ਹੁਣ ਜੇ ਇੱਥੇ ਟੈਂਪਰੇਚਰ ਵਧਾਵਾਂਗੇ ਤਾਂ ਰਿਐਕਸ਼ਨ ਵਿਲ ਆਬਵੀਅਸਲੀ ਮੂਵ ਟੂਵਰਡ ਬੈਕਵਰਡ ਡਾਇਰੈਕਸ਼ਨ, ਔਰ ਜੇ ਇੱਥੇ ਟੈਂਪਰੇਚਰ ਘਟਾਵਾਂਗੇ ਰਿਐਕਸ਼ਨ ਵਿਲ ਮੂਵ ਟੂਵਰਡਸ ਫਾਰਵਰਡ। ਕਹਿਣ ਦਾ ਮਤਲਬ ਇਹ ਹੈ ਕਿ ਫਾਰਵਰਡ ਜਾਂ ਬੈਕਵਰਡ ਤੇ ਨਹੀਂ ਡਿਪੈਂਡ ਕਰਦਾ, ਡਿਪੈਂਡ ਇਹ ਕਰਦਾ ਹੈ ਕਿ ਜੇ ਅਸੀਂ ਟੈਂਪਰੇਚਰ ਵਧਾ ਰਹੇ ਹਾਂ, ਠੀਕ ਹੈ, ਜੇ ਅਸੀਂ ਟੈਂਪਰੇਚਰ ਵਧਾ ਰਹੇ ਹਾਂ ਦੈਨ ਐਂਡੋਥਰਮਿਕ ਰਿਐਕਸ਼ਨ, ਜੇ ਫਾਰਵਰਡ ਐਂਡੋਥਰਮਿਕ ਹੈ ਤਾਂ ਫਾਰਵਰਡ ਦਿਸ਼ਾ 'ਚ ਚਲਾ ਜਾਏਗਾ, ਜੇ ਬੈਕਵਰਡ ਐਂਡੋਥਰਮਿਕ ਹੈ ਤਾਂ ਬੈਕਵਰਡ 'ਚ ਚਲ ਜਾਏਗਾ। ਠੀਕ, ਸੋ ਟੈਂਪਰੇਚਰ ਵਧਾਵਾਂਗੇ ਤਾਂ ਐਂਡੋਥਰਮਿਕ ਰਿਐਕਸ਼ਨ ਵਿਲ ਬੀ ਫੇਵਰਡ, ਔਰ ਜੇ ਅਸੀਂ ਵਾਈਸ ਵਰਸਾ ਟੈਂਪਰੇਚਰ ਘਟਾਵਾਂਗੇ ਦੈਨ ਐਕਸੋਥਰਮਿਕ ਰਿਐਕਸ਼ਨ ਵਿਲ ਬੀ ਫੇਵਰਡ। ਨੈਕਸਟ ਆ ਜਾਂਦਾ ਹੈ ਪ੍ਰੈਸ਼ਰ ਐਂਡ ਵੋਲਿਊਮ। ਜੇ ਬੇਟਾ ਆਪਾਂ ਸਪੋਜ਼ ਪ੍ਰੈਸ਼ਰ ਵਧਾ ਦਿੰਨੇ ਆ, ਜਦੋਂ ਅਸੀਂ ਪ੍ਰੈਸ਼ਰ ਵਧਾਉਂਦੇ ਆ ਤਾਂ ਵੋਲਿਊਮ ਜਿਹੜਾ ਹੈ ਉਹ ਘਟ ਜਾਂਦਾ ਹੈ। ਜਦੋਂ ਵੋਲਿਊਮ ਘਟਦਾ ਨਾ ਬੇਟਾ ਤਾਂ ਨੰਬਰ ਆਫ ਮੋਲਸ ਪਰ ਯੂਨਿਟ ਵੋਲਿਊਮ ਉਹ ਵੱਧ ਜਾਂਦੇ ਆ। ਜੇ ਵੋਲਿਊਮ ਘਟ ਗਿਆ ਤਾਂ ਨੰਬਰ ਆਫ ਮੋਲਸ ਪਰ ਯੂਨਿਟ ਵੋਲਿਊਮ ਵੱਧ ਜਾਣਗੇ। ਸੋ ਜੇ ਅਸੀਂ ਪ੍ਰੈਸ਼ਰ ਵਧਾਇਆ ਤਾਂ ਨੰਬਰ ਆਫ ਮੋਲਸ ਵੱਧ ਗਏ। ਠੀਕ ਹੈ, ਸੋ ਜਦੋਂ ਅਸੀਂ ਪ੍ਰੈਸ਼ਰ ਵਧਾਉਂਦੇ ਆ ਇਕੁਇਲਿਬ੍ਰੀਅਮ ਕਿਹੜੇ ਪਾਸੇ ਸ਼ਿਫਟ ਹੋ ਜਾਏਗਾ? ਜਿੱਧਰ ਨੰਬਰ ਆਫ ਮੋਲਸ ਆਰ ਡਿਕਰੀਜ਼ਿੰਗ। ਠੀਕ ਹੈ, ਜਦੋਂ ਪ੍ਰੈਸ਼ਰ ਵਧਾਵਾਂਗੇ ਇਕੁਇਲਿਬ੍ਰੀਅਮ ਵਿਲ ਸ਼ਿਫਟ ਇਨ ਅ ਡਾਇਰੈਕਸ਼ਨ ਵੇਅਰ ਨੰਬਰ ਆਫ ਗੈਸੀਅਸ ਮੋਲਸ ਆਰ ਲੈਸ। ਇਹਨੂੰ ਸਮਝੋ, ਦੇਖੋ ਆ ਇਕੁਏਸ਼ਨ ਹੈ, ਹੈਬਰ ਪ੍ਰੋਸੈਸ ਹੈ, N2 plus 3H2 gives rise to 2 ammonia। ਫਾਰਵਰਡ ਦਿਸ਼ਾ ਦੇ ਵਿੱਚ 1 plus 3 moles ਤੋਂ 4 moles ਤੋਂ 2 moles ਬਣ ਰਹੇ ਹਨ, ਨੰਬਰ ਆਫ moles ਘਟ ਰਹੇ ਹਨ। ਬੈਕਵਰਡ ਦਿਸ਼ਾ 'ਚ ਦੇਖੋ 2 moles ਤੋਂ 4 moles ਬਣ ਰਹੇ ਹਨ। ਠੀਕ ਹੈ, ਸੋ ਜਦੋਂ ਅਸੀਂ ਪ੍ਰੈਸ਼ਰ ਇਨਕਰੀਜ਼ ਕੀਤਾ ਤਾਂ ਨੰਬਰ ਆਫ moles ਵੱਧ ਗਏ, ਤਾਂ ਇਕੁਇਲਿਬ੍ਰੀਅਮ ਕਿੱਧਰ ਸ਼ਿਫਟ ਹੋ ਜਾਏਗਾ? ਜਿੱਧਰ ਨੰਬਰ ਆਫ moles ਘਟ ਰਹੇ ਹਨ। ਸੋ ਇਕੁਇਲਿਬ੍ਰੀਅਮ ਵਿਲ ਸ਼ਿਫਟ ਇਨ ਫਾਰਵਰਡ ਡਾਇਰੈਕਸ਼ਨ ਹੇਅਰ। ਠੀਕ ਹੈ, ਜੇ ਅਸੀਂ ਪ੍ਰੈਸ਼ਰ ਘਟਾਤਾ, ਠੀਕ ਹੈ, ਜੇ ਅਸੀਂ ਪ੍ਰੈਸ਼ਰ ਘਟਾਤਾ ਵੋਲਿਊਮ ਵੱਧ ਜਾਏਗਾ। ਵੋਲਿਊਮ ਵਧਿਆ ਤਾਂ ਨੰਬਰ ਆਫ ਮੋਲਸ ਘਟ ਗਏ, ਨੰਬਰ ਆਫ ਮੋਲਸ ਘਟ ਗਏ ਤਾਂ ਇਕੁਇਲਿਬ੍ਰੀਅਮ ਕਿੱਧਰ ਸ਼ਿਫਟ ਕਰ ਜਾਏਗਾ? ਜਿੱਧਰ ਨੰਬਰ ਆਫ ਮੋਲਸ ਵੱਧ ਰਹੇ ਹਨ। ਸੋ ਨੰਬਰ ਆਫ ਮੋਲਸ ਬੈਕਵਰਡ ਦਿਸ਼ਾ 'ਚ ਵੱਧ ਰਹੇ ਹਨ, 2 ਤੋਂ 4 ਮੋਲਸ ਬਣ ਰਹੇ ਹਨ ਨਾ ਬੈਕਵਰਡ ਦੇ ਵਿੱਚ। ਇਸ ਕਰਕੇ ਜੇ ਆਪਾਂ ਇਸ ਤਰ੍ਹਾਂ ਦਾ ਕੇਸ ਲੈਣੇ ਆ ਜਿੰਦੇ 'ਚ ਫਾਰਵਰਡ ਦਿਸ਼ਾ 'ਚ ਨੰਬਰ ਆਫ ਮੋਲਸ ਵੱਧ ਰਹੇ ਹਨ, 1 ਮੋਲ ਤੋਂ 2 ਮੋਲ ਬਣ ਰਹੇ ਹੈ ਇੱਥੇ। 1 mole of PCl5 is giving 1 mole of PCl3 and 1 mole of total 2 moles ਬਣ ਗਏ ਨਾ। ਠੀਕ ਹੈ, ਸੋ ਜੇ ਅਸੀਂ ਪ੍ਰੈਸ਼ਰ ਵਧਾਵਾਂਗੇ ਤਾਂ ਉਧਰ ਜਾਏਗੀ ਇਕੁਇਲਿਬ੍ਰੀਅਮ ਜਿੱਧਰ ਨੰਬਰ ਆਫ ਮੋਲਸ ਘਟ ਰਹੇ ਹੈ। ਸੋ ਇੱਥੇ ਨੰਬਰ ਆਫ ਮੋਲਸ ਬੈਕਵਰਡ ਦਿਸ਼ਾ 'ਚ ਘਟ ਰਹੇ ਹੈ। ਠੀਕ ਹੈ, ਇਸ ਚੀਜ਼ ਨੂੰ ਧਿਆਨ ਰੱਖਣਾ ਹੈ ਬੇਟਾ ਕਿ ਜੇ ਪ੍ਰੈਸ਼ਰ ਵਧਾ ਰਹੇ ਹੈ ਤਾਂ ਰਿਐਕਸ਼ਨ ਇਕੁਇਲਿਬ੍ਰੀਅਮ ਉਧਰ ਜਾਏਗਾ ਜਿੱਧਰ ਨੰਬਰ ਆਫ ਮੋਲਸ ਜਿਹੜੇ ਹੈ ਉਹ ਡਿਕਰੀਜ਼ ਹੋ ਰਹੇ ਹੈ। ਠੀਕ ਹੈ ਜੀ, ਸੋ ਬੇਟਾ ਇੱਕ ਵਾਰੀ ਆਪਾਂ ਇਫੈਕਟ ਆਫ ਕੈਟਾਲਿਸਟ ਵੀ ਦੇਖ ਲਈਏ। ਕੈਟਾਲਿਸਟ ਪਾਉਣ ਦੇ ਨਾਲ ਇਕੁਇਲਿਬ੍ਰੀਅਮ ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਬਸ ਇੰਨਾ ਕੁ ਹੁੰਦਾ ਹੈ ਕਿ ਕੈਟਾਲਿਸਟ ਰਿਐਕਸ਼ਨ ਦੀ ਸਪੀਡ ਇੰਨੀ ਵਧਾ ਦਿੰਦਾ ਹੈ ਕਿ ਇਕੁਇਲਿਬ੍ਰੀਅਮ ਛੇਤੀ ਅਚੀਵ ਹੋ ਜਾਂਦਾ ਹੈ। ਓਕੇ, ਸੋ ਬੇਟਾ ਹੁਣ ਆਪਾਂ ਇੱਕ ਵਾਰੀ ਹੁਣ ਤੱਕ ਕੀ ਪੜਿਆ ਹੈ? ਅਸੀਂ ਇਹ ਪੜਿਆ ਕਿ ਜਦੋਂ ਇਕੁਇਲਿਬ੍ਰੀਅਮ ਨੂੰ ਅਸੀਂ ਡਿਸਟਰਬ ਕਰਦੇ ਹਾਂ ਨਾ ਤਾਂ ਇਕੁਇਲਿਬ੍ਰੀਅਮ ਸ਼ਿਫਟ ਕਰ ਜਾਂਦਾ ਹੈ। ਕਿਹੜੀ ਡਾਇਰੈਕਸ਼ਨ 'ਚ? ਜਦੋਂ ਅਸੀਂ ਕੰਸੈਂਟ੍ਰੇਸ਼ਨ ਆਫ ਰਿਐਕਟੈਂਟ ਵਧਾ ਦਿੰਨੇ ਆ ਤਾਂ ਇਕੁਇਲਿਬ੍ਰੀਅਮ ਕਿਹੜੀ ਦਿਸ਼ਾ 'ਚ ਜਾਏਗਾ? ਯੈਸ, ਇਨ ਫਾਰਵਰਡ ਡਾਇਰੈਕਸ਼ਨ, ਜਿੱਥੇ ਪ੍ਰੋਡਕਟ ਬਣ ਰਹੇ ਆ, ਜਿੱਥੇ ਰਿਐਕਟੈਂਟ ਖਤਮ ਹੋ ਰਹੇ ਆ। ਜੇ ਅਸੀਂ ਰਿਐਕਟੈਂਟ ਘਟਾਤੇ, suppose when concentration of reactant is decreased then equilibrium will shift in backward direction। ठीक है, अगर प्रोडक्ट दी कंसंट्रेशन ਵਧਾਤੀ इक्विलिब्रियम will shift in backward direction। अगर प्रोडक्ट घटा ਦਿੱਤੇ ਤਾਂ इक्विलिब्रियम will shift in forward direction। अगर टेम्परेचर ਵਧਾ ਦਿੱਤਾ then endothermic reaction will be favored।
ਅਗਰ ਟੈਂਪਰੇਚਰ ਘਟਾਤਾ ਦੈਨ ਐਕਸੋਥਰਮਿਕ ਰਿਐਕਸ਼ਨ ਵਿਲ ਬੀ ਫੇਵਰਡ। ਅਗਰ ਅਸੀਂ ਪ੍ਰੈਸ਼ਰ ਵਧਾ ਦਿੰਨੇ ਆ ਤਾਂ ਇਕੁਇਲਿਬ੍ਰੀਅਮ ਉਧਰ ਚਲਾ ਜਾਏਗਾ ਜਿੱਧਰ ਨੰਬਰ ਆਫ ਮੋਲਸ ਘਟ ਰਹੇ ਹੈ, ਔਰ ਅਗਰ ਪ੍ਰੈਸ਼ਰ ਘਟਾ ਦਿੱਤਾ ਤਾਂ ਇਕੁਇਲਿਬ੍ਰੀਅਮ ਉਧਰ ਚਲਾ ਜਾਏਗਾ ਜਿੱਧਰ ਨੰਬਰ ਆਫ ਮੋਲਸ ਵੱਧ ਰਹੇ ਹੈ। ਐਗਜ਼ਾਮੀਨੇਸ਼ਨ ਦੇ ਵਿੱਚ ਬੇਟੇ ਤੁਹਾਨੂੰ ਲੀ-ਚੈਟਲੀਅਰ ਪ੍ਰਿੰਸੀਪਲ ਦੀਆਂ ਐਪਲੀਕੇਸ਼ਨਸ ਪੁੱਛੀਆਂ ਜਾਣਗੀਆਂ ਤੇ ਉਹ ਕਿਵੇਂ ਕਰਨੀਆਂ ਆਪਾਂ ਸਟੱਡੀ ਕਰਦੇ ਹਾਂ ਬੇਟਾ। ਜੇ ਤੁਹਾਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ਇਸ ਪਾਰਟਿਕੂਲਰ ਇਕੁਏਸ਼ਨ ਦੇ ਵਿੱਚ ਫਾਰਮੇਸ਼ਨ ਆਫ HI ਦੇ ਵਿੱਚ ਦੱਸੋ ਹਾਊ ਵੀ ਕੈਨ ਇਨਕਰੀਜ਼ ਦੀ ਯੀਲਡ ਆਫ HI, ਹਾਊ ਯੀਲਡ ਆਫ HI ਕੈਨ ਬੀ ਇਨਕਰੀਜ਼ਡ। ਸੋ ਬੇਟੇ ਮੈਨੂੰ ਤੁਸੀਂ ਇਹ ਦੱਸੋ ਕਿ ਇੱਥੇ ਕਿੱਦਾਂ ਦਾ ਟੈਂਪਰੇਚਰ ਹੋਣਾ ਚਾਹੀਦਾ ਹੈ, ਕਿੱਦਾਂ ਦਾ ਪ੍ਰੈਸ਼ਰ, ਕਿੰਦੀ ਕੰਸੈਂਟਰੇਸ਼ਨ ਜ਼ਿਆਦਾ ਹੋਣੀ ਚਾਹੀਦੀ ਹੈ ਤੇ ਕਿੰਦੀ ਘੱਟ ਹੋਣੀ ਚਾਹੀਦੀ ਹੈ। ਸੋ ਇਹ ਸਵਾਲ ਚਾਰੋਂ ਹੀ ਇਕੁਏਸ਼ਨਸ ਤੇ ਪੁੱਛਿਆ ਜਾ ਸਕਦਾ ਹੈ। ਮੋਸਟ ਇੰਪੋਰਟੈਂਟ ਇਜ਼ ਜਦੋਂ ਹੈਬਰ ਪ੍ਰੋਸੈਸ ਪੁੱਛਿਆ ਜਾਂਦਾ ਹੈ। ਤਾਂ ਇਸ ਕੁਐਸਚਨ ਦਾ ਆਨਸਰ ਬੇਟੇ ਨੰਬਰ 1 ਕੰਸੈਂਟਰੇਸ਼ਨ ਤੁਸੀਂ ਦੱਸਣੀ ਹੈ। ਯੈਸ, ਕੰਸੈਂਟਰੇਸ਼ਨ ਆਫ N2 and H2 ਸ਼ੁੱਡ ਬੀ ਮੋਰ। ਦੂਸਰੇ ਪੁਆਇੰਟ ਦੇ ਵਿੱਚ ਤੁਸੀਂ ਟੈਂਪਰੇਚਰ ਸੋਚ ਕੇ ਦੱਸੋ ਬੇਟਾ। ਸੋ ਫਾਰਵਰਡ ਡਾਇਰੈਕਸ਼ਨ 'ਚ ਅਸੀਂ ਚਾਹੁੰਦੇ ਹਾਂ ਕਿ ਰਿਐਕਸ਼ਨ ਜਾਵੇ। ਫਾਰਵਰਡ ਡਾਇਰੈਕਸ਼ਨ ਜਿਹੜੀ ਹੈ ਉਹ ਐਕਸੋਥਰਮਿਕ ਹੈ। So exothermic reactions are favored by less temperature, low temperature. So temperature should be low. Okay. Pressure किस तरह ਦਾ ਹੋਣਾ ਚਾਹੀਦਾ? Yes, pressure ਅਸੀਂ ਚਾਹੁੰਦੇ ਹਾਂ ਨਾ ਕਿ ਰਿਐਕਸ਼ਨ ਫਾਰਵਰਡ ਡਾਇਰੈਕਸ਼ਨ 'ਚ ਜਾਵੇ। ਸੋ ਇੱਥੇ 4 ਮੋਲਸ ਤੋਂ 2 ਮੋਲਸ ਬਣ ਰਹੇ ਹੈ, ਨੰਬਰ ਆਫ ਮੋਲਸ ਡਿਕਰੀਜ਼ ਹੋ ਰਹੇ ਹੈ ਨਾ। ਸੋ ਅਸੀਂ ਕੀ ਕਰਨਾ ਹੈ, ਅਸੀਂ ਨੰਬਰ ਆਫ ਮੋਲਸ ਪਰ ਯੂਨਿਟ ਵੋਲਿਊਮ ਵਧਾਉਣਾ ਹੈ। ਕਿਵੇਂ ਵਧਾਵਾਂਗੇ? ਅਸੀਂ ਪ੍ਰੈਸ਼ਰ ਵਧਾ ਦਾਂਗੇ ਤਾਂ ਨੰਬਰ ਆਫ ਮੋਲਸ ਪਰ ਯੂਨਿਟ ਵੋਲਿਊਮ ਵੱਧ ਜਾਣਗੇ। ਇਕੁਇਲਿਬ੍ਰੀਅਮ ਕਹੇਗਾ ਮੈਂ ਉਧਰ ਸ਼ਿਫਟ ਹੋਣਾ ਹੈ ਜਿੱਧਰ ਨੰਬਰ ਆਫ ਮੋਲਸ ਘਟ ਰਹੇ ਹਨ। ਸੋ ਪ੍ਰੈਸ਼ਰ ਸ਼ੁੱਡ ਬੀ ਮੋਰ। ਸੋ ਇਸੇ ਤਰੀਕੇ ਨਾਲ ਬੇਟਾ ਇਹਨਾਂ ਚਾਰਾਂ ਦੇ ਵਿੱਚੋਂ ਤੁਹਾਡੇ ਕੋਲੋਂ ਕੋਈ ਵੀ ਪ੍ਰੋਸੈਸ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੀਆਂ ਕੰਸੈਂਟਰੇਸ਼ਨ, ਟੈਂਪਰੇਚਰ, ਪ੍ਰੈਸ਼ਰ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਕਿ ਸਾਡੀ ਜਿਹੜੀ ਯੀਲਡ ਹੈ ਪ੍ਰੋਡਕਟ ਦੀ ਉਹ ਮੈਕਸਿਮਾਈਜ਼ ਹੋ ਜਾਏ। ਸੋ ਆਈ ਹੋਪ ਸਟੂਡੈਂਟਸ ਕਿ ਤੁਹਾਨੂੰ ਲੀ-ਚੈਟਲੀਅਰ ਪ੍ਰਿੰਸੀਪਲ ਅੱਛੀ ਤਰ੍ਹਾਂ ਸਮਝ ਆ ਗਿਆ ਹੋਏਗਾ। ਇਹਦੇ ਤੇ ਬੇਸਡ ਕੁਐਸਚਨਸ ਤੁਸੀਂ ਹੁਣ ਹੈਂਡਲ ਕਰ ਸਕਦੇ ਹੋ ਤੇ ਨੋਟਸ ਬੇਟਾ ਤੁਸੀਂ ਟੈਲੀਗ੍ਰਾਮ ਚੈਨਲ 'ਚ ਮੈਂ ਪਹਿਲਾਂ ਹੀ ਪ੍ਰੋਵਾਈਡ ਕਰ ਚੁੱਕੀ ਹਾਂ, ਉੱਥੋਂ ਲੈ ਸਕਦੇ ਹੋ। ਥੈਂਕਸ ਫॉर ਵਾਚਿੰਗ।